हेलो। सुरेंद्र सर, अपने आप ਨੂੰ ਅਨਮਿਊਟ ਕਰਿਓ ਜੀ। हेलो। सुरेंद्र सर। हाँ, हेलो। अनम्यूट करियो। हाँ जी, आवाज आ रही जी? हाँ जी, हाँ जी, हाँ जी, ठीक है सर। हाँ जी सर। ਤੇ ਸਰ ਹੁਣ ਇਹਨੂੰ ਟੱਚ ਕਰਕੇ ਦੇਖਿਓ, ਸ਼ੇਅਰ ਸਕਰੀਨ ਆ ਰਿਹਾ ਨਾ ਸੈਂਟਰ ਦੇ ਵਿੱਚ। ਫੋਨ ਨੂੰ ਟੱਚ ਕਰਿਓ। ਫੋਨ ਨੂੰ ਟੱਚ ਕਰੋ ਤੇ ਫੋਨ ਦੇ ਉੱਤੇ ਟੱਚ ਕਰੋ ਤੇ ਥੱਲੋਂ ਖੁੱਲ ਜਾਣੇ ਆ ਮਿਊਟ, ਸਟਾਰਟ ਵੀਡੀਓ, ਗੱਬੇ ਸ਼ੇਅਰ, ਪਾਰਟਿਸਿਪੈਂਟ ਤੇ ਮੋਰ। हाँ जी। हेलो। हेलो। हाँ जी, हाँ जी। आवाज आ रही जी मेरी? हाँ जी सर, आवाज आ हाँ, रही है ਤੁਸੀਂ आपकी। ਮਾਈਕ੍ਰੋਫੋਨ ਲਗਾਇਆ? ਮੈਂ ਮਾਈਕ੍ਰੋਫੋਨ ਲਾਣਾ ਸੀਗਾ। ਹਾਂ, ठीक है सर। ਚਲੋ ਠੀਕ ਹੈ। ਇਹਨੂੰ ਫੋਨ ਨੂੰ ਟੱਚ ਕਰਿਓ, ਥੱਲੇ ਆ ਰਿਹਾ ਨਾ ਸੈਂਟਰ ਦੇ ਵਿੱਚ ਸ਼ੇਅਰ ਸ਼ੇਅਰ। ठीक है सर, ठीक है। ਸ਼ੇਅਰ ਆ ਗਿਆ। ਸ਼ੇਅਰ ਨੂੰ ਕਰਕੇ ਦੇਖੋ ਜੀ ਟੱਚ, ਕੀ ਆਂਦਾ ठीक है। ਜੀ ਅੱਗੇ। ठीक है। कर लिया सर जी। ਹਾਂ, ਉਹਦੇ ਚ ਖੁੱਲ ਗਿਆ ਜੀ ਸ਼ੇਅਰ ਸਕਰੀਨ। हाँ जी सर। ਹਾਂ, ਆਪਣੀ ਪੀਪੀਟੀ ਖੋਲੋ ਨਾ ਫਿਰ, ਪੀਪੀਟੀ ਸ਼ੋ ਹੋਵੇ ਤੁਹਾਡੀ। ठीक है सर। ਖੋਲਿਓ ਪੀਪੀਟੀ, ਖੋਲਿਓ। ठीक है सर। ਹਾਂਜੀ ਸਰ। कर रहे हैं, कर रहे ਹਾਂ हैं सर। ਹਾਂ, ਮਤਲਬ ਪੀਪੀਟੀ ਤੱਕ ਪਹੁੰਚ ਗਏ ਨਾ, ਮਤਲਬ ਹੋ ਰਿਹਾ ਸ਼ੇਅਰ ਸਕਰੀਨ। ਚਲੋ ਇਹੀ ਦੇਖਣਾ ਸੀ। ठीक है सर, ठीक है। हेलो। ਹਾਂਜੀ ਹਾਂਜੀ। खुले हैं नहीं सर जी? ਮੈਂ ਉਹੀ ਤਾਂ ਕਹਿ ਰਿਹਾ ਨਾ, ਸੈਂਟਰ ਵਿੱਚ ਸ਼ੇਅਰ ਆ ਰਿਹਾ ਸੀ, ਸ਼ੇਅਰ। हेलो। हाँ जी सर। ਹਾਂ ਬੇਟਾ, ਕੋਈ ਨਹੀਂ, ਬੇਟੇ ਕੋਲ ਗੱਲ ਕਰੋ, ਇਹਨਾਂ ਨੂੰ ਮੀਟਿੰਗ ਸਮਝਾਉਂਦਾ, ਇੱਕ ਮਿੰਟ ਮੈਂ। ਸ਼ੇਅਰ ਹਾਂਜੀ ਸਰ, ਸ਼ੇਅਰ ਸਕਰੀਨ ਤੇ ਚੱਲ ਗਏ ਸੀਗੇ। ਉਸ ਤੋਂ ਉਹਦੇ ਬਾਅਦ ਤੇ ਨਾ ਗੱਲ। ਮੈਂ ਡਾਕੂਮੈਂਟ ਵਗੈਰਾ ਕੱਢਿਆ ਸੀਗਾ ਤੇ ਉਦੋਂ ਬਾਅਦ ਖੁੱਲ ਨਹੀਂ ਰਿਹਾ ਹੈਗਾ, ਆਪਸ਼ਨ ਨਹੀਂ ਆ ਰਹੀ ਹੈਗੀ ਪੀਡੀਐਫ ਦੀ। ਡਾਕੂਮੈਂਟ ਉਹ ਸ਼ੇਅਰ ਦੇ ਵਿੱਚ ਕੀ ਕੀ ਆਪਸ਼ਨ ਆ ਰਿਹਾ, ਮੈਨੂੰ ਇਹ ਦੱਸੋ ਪਹਿਲਾਂ। ਤਾਂ ਸਰ ਫੋਟੋ ਦੀ ਆਪਸ਼ਨ ਆ ਰਹੀ ਹੈ, ਡਾਕੂਮੈਂਟ ਦੀ ਆ ਰਹੀ ਹੈ, ਵੈਬ ਯੂਆਰਐਲ ਦੀ ਆ ਰਹੀ ਹੈ, ਬੁੱਕਮਾਰਕ ਦੀ ਆ ਰਹੀ ਹੈ। ਓਕੇ, ਡਾਕੂਮੈਂਟ ਦੇ ਵਿੱਚ ਜਾ ਕੇ WhatsApp ਦੇ ਵਿੱਚ ਜਾਓ। ਡਾਕੂਮੈਂਟ ਜਾ ਕੇ ਸਰ ਡਿਵਾਈਸ ਸਟੋਰੇਜ ਆ ਰਹੀ ਹੈਗੀ। ਹਾਂ, ਡਿਵਾਈਸ ਸਟੋਰੇਜ ਖੋਲੋ। ਹਾਂਜੀ ਸਰ, ਉਸ ਤੋਂ ਬਾਅਦ WhatsApp ਦੇ ਵਿੱਚ ਚੱਲ ਗਏ। ਹਾਂ, WhatsApp ਦੇ ਵਿੱਚ ਹੁਣ ਇੱਥੇ ਬੇਟਾ, ਇੱਥੇ ਕਿਤੇ ਨਾ ਕਿਤੇ ਪੀਪੀਟੀ ਪਈ ਹੋਣੀ ਹੈ, ਦੇਖੋ ਲੇਟੈਸਟ ਜਿਹੜੀ ਸੈਂਡ ਕੀਤੀ ਵੀ ਨਾ। ਉਹ ਸਰ ਇੱਕ ਤਾਂ ਬੈਕਅਪਸ ਨੇ, ਇੱਕ ਡਾਟਾਬੇਸਿਸ, ਮੀਡੀਆ, ਤੇ ਉਹ ਪੀਪੀਟੀ ਤਾਂ ਸ਼ੋ ਨਹੀਂ ਹੋ ਰਹੀ ਹੈਗੀ। ਨਹੀਂ ਨਹੀਂ, ਮੀਡੀਆ 'ਚ ਜਾਓ। ਪੀਡੀਐਫ ਹੈ ਨਹੀਂ ਸਰ, ਆਪਸ਼ਨ ਨਹੀਂ ਆ ਰਹੀ ਪੀਡੀਐਫ ਦੀ। ਪੀਡੀਐਫ ਨਹੀਂ ਹੋਊਗੀ ਮੀਡੀਆ ਦੇ ਵਿੱਚ, ਕੀ ਕੀ ਖੁੱਲ ਰਿਹਾ ਹੈ? ਇੱਕ ਮਿੰਟ ਸਰ, ਵੇਟ ਚੈੱਕ ਕਰ ਰਹੇ। ਹਾਂ ਹਾਂ। ਪਾਣੀ ਦੇ ਚਾਹ ਦੇ ਮੜੀ ਵੀ। ਹਾਂਜੀ
ਹਾਂਜੀ ਸਰ, ਉਹਦੇ ਵਿੱਚ ਜਾ ਕੇ WhatsApp ਵਿੱਚ ਜਾ ਕੇ ਬੈਕਅਪਸ, ਡਾਟਾਬੇਸਿਸ ਤੇ ਮੀਡੀਆ ਆ ਰਹੇ ਸੀਗੇ ਓਕੇ ਤੇ ਉਹਦੇ ਮੀਡੀਆ ਵਿੱਚ ਨਹੀਂ ਹੋ ਰਿਹਾ। ਇੱਕ ਮਿੰਟ ਸਰ। ਹਾਂ ਕੋਈ ਨਹੀਂ ਆਰਾਮ ਨਾਲ ਹੈ ਟਾਈਮ ਹਜੇ ਆਪਣੇ ਕੋਲ, ਆਪਾਂ 12:05। ਹਾਂ ਠੀਕ ਹੈ ਆ ਮੀਡੀਆ ਖੁੱਲਿਆ, ਇਹ ਤਾਂ ਉਹ ਖੁੱਲ ਗਈ ਹੈ ਜਿਹੜੀ ਫਾਈਲ ਹੈਗੀ ਹੈ ਨਾ। ਹਾਂ ਸਰ, ਇਹ ਤਾਂ ਹੋ ਖੁੱਲ ਗਈ ਬਟ ਉਹ ਆ ਨਹੀਂ ਰਿਹਾ ਉਹਦਾ PDF। ਉਹ ਵੀ ਪੀਪੀਟੀ ਹੋਊਗੀ ਕਿਤੇ ਨਾ ਕਿਤੇ ਪਈ, ਉਸ ਤੇ ਗੱਲ ਹੈ। ਬੈਕ ਕਰਕੇ ਇਸੇ ਤਰ੍ਹਾਂ ਉਹ ਵਿੱਚ ਕਿਤੇ ਫਾਈਲ ਸੇਵ ਹੋਈ ਹੋਣੀ ਹੈ ਜਿਹੜੀ ਤੁਸੀਂ ਮੈਨੂੰ ਸੈਂਡ ਕੀਤੀ ਹੈ। ਓਕੇ ਸਰ, 2 ਮਿੰਟ ਚੈੱਕ ਕਰ ਲਓ। ਹਮ। सर आप दोबारा ज्वाइन करिए, रीज्वाइन करके। ਹਾਂ ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਜੁਆਇਨ ਕਰ ਲਓ, ਮੈਂ ਤੁਹਾਨੂੰ ਦੁਬਾਰਾ ਐਡਮਿਟ ਕਰਾਉਂਦਾ। ਫਿਰ ਤੁਸੀਂ ਲੀਵ ਕਰਕੇ ਨਾ ਦੁਬਾਰਾ ਜੁਆਇਨ ਕਰੋ। एक मिनट वेट ਹਾਂ चेक ਦੱਸੋ करते सर। ਹੈਲੋ 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 ਜਸਵਿੰਦਰ, ਆਪਣੇ ਆਪ ਨੂੰ ਅਨਮਿਊਟ ਕਰਿਓ ਪਲੀਜ਼। ਠੀਕ ਹੈ ਖੁੱਲ ਰਹੀ ਹੈ। ਹੈਲੋ ਜਸਵਿੰਦਰ ਜੀ, ਅਨਮਿਊਟ ਕਰਿਓ ਆਪਣੇ ਆਪ ਨੂੰ, ਜਸਵਿੰਦਰ ਜੀ। ਹੈਲੋ ਹੈਲੋ ਅਨਮਿਊਟ ਕਰਿਓ ਜੀ ਆਪਣੇ ਆਪ ਨੂੰ, ਅਨਮਿਊਟ। ਹੈਲੋ ਹਾਂ ਅਨਮਿਊਟ ਕਰੋ। ਹੈਲੋ हाँ जी सर। हाँ सुन रहे हो जी? हाँ ठीक है खुल गई है। हाँ ओके। हेलो हेलो हाँ जी। बस ठीक है जी, ये खुल गया है। तू अगे हुन स्लाइड कर करके अगे हो जाऊगी है ना, नेक्स्ट पेज आ जाऊगा। नेक्स्ट पेज ठीक करके है। नेक्स्ट पेज करके देखियो। बस ठीक है फर्स्ट पेज ते आ जाओ, मैं फिर ओपन करदा जी मीटिंग, सारे नु अलाउ करदा जी एंटर। पहले पेज ते आ जाओ। बेशक बेटा नाल ही बैठ जाना, इन्हां दे अगे करी जाना तू, है ना, ऑपरेट करना तू। हेलो हाँ मैं कहा नाल ही बैठ जाना बेटा, नहीं तो तुसीं ऑपरेट करना इन्हां नूं, ठीक है। अगे स्लाइड करी जाना, जे कोई प्रॉब्लम बस स्लाइड, बस फर्स्ट स्लाइड रहने दो।
ओके सर आगे आगे करी जाऊंगी। हाँ ਤੇ ਮੈਂ ਹੁਣ ਸਟਾਰਟ ਕਰਾਦਾ ਮੈਂ ਐਂਟਰ ਕਰਾਦਾ ਜੀ ਲੋਕਾਂ ਨੂੰ ਸਾਰਿਆਂ ਨੂੰ ਬਾਕੀਆਂ ਨੂੰ ਪਾਰਟਿਸਪੈਂਟਸ ਨੂੰ ਠੀਕ ਹੈ ਜੀ और सर ਤੇ वीडियो आ रही है सर दी? ਹਾਂ ਵੀਡੀਓ ਵੀ ਆ ਰਹੀ ਹੈ ਤੇ ਪੀਪੀਟੀ ਵੀ ਸ਼ੋ ਹੋ ਰਹੀ ਹੈ ओके ओके सर करा दो ਹਾਂ सर ਇਹ ਹੁਣ स्टार्ट। ਲੈਪਟਾਪ ਤੇ ਹੈ ਮੋਬਾਈਲ ਤੇ मोबाइल ते है सर एक्चुअली है। ਹਾਂ ਠੀਕ ਹੈ ਤੇ ਇੱਕ ਮਿੰਟ ਬਸ ਮੈਂ ਹੁਣ ਐਂਟਰ ਕਰਾਉਂਦਾ ਸਾਰਿਆਂ ਨੂੰ ਤੇ ਹੋ ਸਕਦਾ ਤੁਸੀਂ ਇੱਕ ਵਾਰ ਫਿਰ ਮਿਊਟ ਹੋ ਜਾਓ ਹੈ ਆਪਣੇ ਆਪ ਨੂੰ ਅਨਮਿਊਟ ਕਰ ਲੈਣਾ ਇੱਕ ਵਾਰ ਫਿਰ ਤੋਂ ओके सर। ਹਾਂ ਕਿਉਂਕਿ ਜੇ ਮੈਂ ਸਾਰਿਆਂ ਨੂੰ ਐਂਟਰ ਕਰਾਵਾਂ ਇੱਕ ਵਾਰ ਫਿਰ ਉਹ ਹੋ ਜਾਂਦੇ ਨੇ ओके सर मैं अनम्यूट करता। ਇੱਕ ਮਿੰਟ ਠੀਕ ਹੈ ਹੁਣ ਐਡਮਿਟ ਹੋ ਰਹੇ ਨੇ हेलो शशविंदर जी। हेलो। हाँ जी सर कर हेलो। सकते हो जी स्टार्ट ठीक है जी। हाँ जी सर मैं शशविंदर सिंह फिट इंस्ट्रक्टर गवर्नमेंट आईटी मलेरकोटला आज ਆਪਾਂ ਪਾਵਰ ਟਰਾਂਸਮਿਸ਼ਨ ਬਾਰੇ ਪੜਾਂਗੇ ਜੀ। शक्ति संचालन किसी भी मशीन ਨੂੰ ਚਲਾਉਣ ਦੇ ਲਈ बिजली मोटर या इंजन का प्रयोग किया जाता है। इन्हां द्वारा प्राप्त शक्ति ਨੂੰ मशीन तक पहुंचाया जाता है। इस दे ਲਈ मोटर या इंजन की शाफ्ट ते पूरी फिट की जाती है जिसनों प्राइम पूरी कहते हैं ਅਤੇ एक पूरी मशीन की शाफ्ट या स्पिंडल ते फिट होती है जिसनों ड्रिविंग पूरी कहते हैं। इन्हां पुलियां ਨੂੰ ਬੈਲਟ ਦੀ ਸਹਾਇਤਾ ਨਾਲ ਆਪਸ ਵਿੱਚ ਜੋੜਿਆ ਜਾਂਦਾ ਹੈ ਜਿਸ ਨਾਲ ਮੋਟਰ ਇੰਜਨ ਦੇ ਚੱਲਣ ਤੇ ਵੀ ਮਸ਼ੀਨ ਸਾਫਟ ਜਾਂ ਸਪਿੰਡਲ ਘੁੰਮਣਾ ਸ਼ੁਰੂ ਕਰ ਦਿੰਦਾ ਹੈ। ਇਸ ਪ੍ਰਕਾਰ ਸ਼ਕਤੀ ਨੂੰ ਇੱਕ ਪਾਰਟ ਤੋਂ ਦੂਜੇ ਪਾਰਟ ਜਾਂ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾਉਣ ਨੂੰ ਹੀ ਸ਼ਕਤੀ ਸੰਚਾਲਨ ਕਹਿੰਦੇ ਨੇ। ਮੋਟਰ ਇੰਜਨ ਜਾਂ ਦੁਆਰਾ ਮਸ਼ੀਨਾਂ ਨੂੰ ਦੋ ਵਿਧੀਆਂ ਨਾਲ ਚਲਾਇਆ ਜਾਂਦਾ ਹੈ। संयुक्त ड्राइव सीधी ड्राइव संयुक्त ड्राइव पहला शक्ति संचालन का तरीका बहुत पुराने समय तो प्रयोग हो रहा है। इस विच बिजली मोटर या इंजन एक लंबी शाफ्ट में चलाता है जिसनों मेन शाफ्ट कहते हैं। इस शाफ्ट ਨੂੰ कई बेरिंग ਦਾ सहारा ਦਿੱਤਾ ਜਾਂਦਾ ਹੈ ਅਤੇ ਮਸ਼ੀਨ ਦੇ ਉੱਪਰ ਪੁਲੀ ਦੇ ਨਾਲ ਜੋੜਿਆ ਜਾਂਦਾ ਹੈ ਅਤੇ ਕਈ ਵਾਰ ਮੇਨ ਸ਼ਾਫਟ ਨੂੰ ਪਹਿਲਾਂ ਕਾਉਂਟਰ ਸ਼ਾਫਟ ਦੇ ਨਾਲ जोड़ा जाता है फिर काउंटर शाफ्ट में जोड़ दिता जाता है। इस काउंटर द्वारा गति में भी घट या ज्यादा किया जाता है। काउंटर शाफ्ट में बेल्ट द्वारा मशीन स्पिंडल से लगी फास्ट से लोड पुली दे नाल जोड़ा जाता है जिस नाल मशीन को बंद करने में आसानी रहती है क्योंकि जो पटा या बेल्ट लोई पुली से कर देंगे हैं तो मशीन बंद हो जाती है। इस प्रकार ग्रुप ड्राइव में एक ही मोटर द्वारा कई मशीनों को चलाया जाता है जिस नाल घट खर्च पैंदा ते परंतु इस विच कुछ दोष भी होंगे हैं जिवें मशीन चाहे एक भी चलानी है परंतु मोटर वड्डी ही चलानी पवेगी जबकि वही मोटर कई मशीनों के लिए ठीक होती है। जेकर मोटर या इंजन खराब हो गया तो सारे मशीनां इकट्ठे ही बंद हो जाएंगे। इस विच बेल्ट का जाल जिहा बिछ जाता है जो दुर्घटना का कारण भी बन सकता है। इस प्रकार दी मशीनों के उपर ओवरहेड क्रैन फिट नहीं की जा सकती ते बेल्ट सिस्टम होने नाल शोर भी ज़्यादा पैदा होता है। अगे आ गई सीधी ड्राइव। इस विच हर एक मशीन को ਵੱਖ-ਵੱਖ ਮੋਟਰ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਸ ਦੇ ਲਈ ਸਟਾਰਟਰ ਤੇ ਸਵਿਚ ਵੀ ਲੱਗੇ ਹੁੰਦੇ ਹਨ ਜਿਸ ਨੂੰ ਲੋੜ ਅਨੁਸਾਰ ਮੋਟਰ ਨੂੰ ਚਲਾਇਆ ਜਾਂਦਾ ਤੇ ਜਿਸ ਵਿੱਚ ਗੀਅਰ ਚੇਨ ਡਰਾਈਵ ਦੀ ਅਫਰੀਕਾ ਦੇ ਲਾਭ ਹਨ। जिस मशीन की मोटर खराब होए सिर्फ वही मशीन बंद करनी पैंदी बाकी चलती रहंदियां हैं। इस विच बिजली का घट खर्च आउंदा है।
ਮਸ਼ੀਨਾਂ ਘੱਟ ਸਥਾਨ ਘੇਰਦੇ ਹਨ, ਕ੍ਰੇਨ ਫਿੱਟ ਕੀਤੀ ਜਾ ਸਕਦੀ ਹੈ, ਬੈਲਟ ਬਦਲਣ ਵਿੱਚ ਆਸਾਨੀ ਰਹਿੰਦੀ ਹੈ, ਦੁਰਘਟਨਾ ਘੱਟ ਹੁੰਦੀਆਂ ਹਨ, ਵਰਕਸ਼ਾਪ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕਦਾ ਹੈ। ਅੱਗੇ ਹੈਗੇ ਟਾਈਪਸ ਰੱਸੇ ਦੁਆਰਾ, ਬੈਲਟ ਦੁਆਰਾ, गियर द्वारा, द्वारा, साफ्ट या कपलिंग द्वारा, रगड़ द्वारा, क्लच द्वारा। रस्से द्वारा पावर ਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਲੈ ਜਾਣ ਦੇ ਲਈ ਰੱਸੇ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਵਿੱਚ ਜੋ ਪੁਲੀਆਂ ਪ੍ਰਯੋਗ ਕੀਤੀਆਂ ਜਾਂਦੀਆਂ ਹਨ ਉਹ ਅਰਧ ਗੋਲਕਾਰ ਗਰੂਵ ਵਾਲੀਆਂ ਹੁੰਦੀਆਂ ਹਨ। ਪੁਲੀਆਂ ਵਿੱਚ ਗਰੂਵਸ ਦੀ ਸੰਖਿਆ ਮਸ਼ੀਨ ਦੇ ਲੋਡ ਤੇ ਨਿਰਭਰ ਕਰਦੀ ਹੈ। ਜ਼ਿਆਦਾਤਰ ਇਸ ਦਾ ਪ੍ਰਯੋਗ ਲੰਬੀ ਦੂਰੀ ਦੇ ਲਈ ਕੀਤਾ ਜਾਂਦਾ ਹੈ, ਜਿੱਥੇ ਦੂਸਰੇ ਸਾਧਨਾਂ ਦੁਆਰਾ ਪਾਵਰ ਟਰਾਂਸਮਿਟ ਨਹੀਂ ਕੀਤੀ ਜਾ ਸਕਦੀ, ਜਿਵੇਂ ਕੂਏ ਚੋਂ ਪਾਣੀ ਕੱਢਣਾ, ਧਾਗਾ ਮਿਲ ਅਤੇ ਸੀਮੈਂਟ ਫੈਕਟਰੀ, ਜਿੱਥੋਂ ਪੱਥਰ ਦੂਰ ਖਾਨਾਂ ਤੋਂ ਟਰਾਲੀ ਦੁਆਰਾ ਫੈਕਟਰੀ ਤੱਕ ਪਹੁੰਚਾਏ ਜਾਂਦੇ ਹਨ। ਅੱਜ ਕੱਲ੍ਹ ਸੈਰ ਸਪਾਟਾ ਉਦਯੋਗ ਵਿੱਚ ਪਹਾੜਾਂ ਦੇ ਉੱਪਰ ਜਾਂ ਆਰ ਪਾਰ ਦੇ ਟਰਾਲੀ ਵੈਨ ਦੇ ਨਾਇਲੋਨ ਅਤੇ ਲੋਹੇ ਦੇ ਬਣਾਏ ਜਾਂਦੇ ਹਨ। ਬੈਲਟ ਦੁਆਰਾ ਬੈਲਟ ਜਾਂ ਪਟੇ ਦੁਆਰਾ ਜ਼ਿਆਦਾਤਰ ਮਸ਼ੀਨਾਂ ਵਿੱਚ ਪਾਵਰ ਟਰਾਂਸਮਿਸ਼ਨ ਕੀਤੀ ਜਾਂਦੀ ਹੈ। ਇਸ ਵਿੱਚ ਬੈਲਟ ਪੁਲੀਆਂ ਨੂੰ ਰਗੜ ਦੁਆਰਾ ਚਲਾਉਂਦੀ ਹੈ, ਜਿਸ ਵਿੱਚ ਡਰਾਈਵਰ ਪੁਲੀ ਨੂੰ ਡਰਾਈਵਰ ਪੁਲੀ ਦੇ ਨਾਲ ਜੋੜਿਆ ਜਾਂਦਾ ਹੈ। ਗਰੁੱਪ ਡਰਾਈਵ ਪੁਲੀ ਇਸ ਨੂੰ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਵੀ ਲੰਬੀ ਦੂਰੀ ਅਤੇ ਘੱਟ ਦੂਰੀ ਦੇ ਲਈ ਪ੍ਰਯੋਗ ਕੀਤੀ ਜਾਂਦੀ ਹੈ। ਪਰੰਤੂ ਬੈਲਟ ਡਰਾਈਵ ਵਿੱਚ ਬੈਲਟ ਜਦੋਂ ਥੋੜੀ ਢਿੱਲੀ ਹੋ ਜਾਂਦੀ ਹੈ ਤਾਂ ਇਸ ਵਿੱਚ ਜ਼ਿਆਦਾ ਸਲਿੱਪੇਜ ਆ ਜਾਂਦੀ ਹੈ ਅਤੇ ਕ੍ਰੀਪੇਜ ਹੁੰਦੀ ਹੈ, ਜੋ ਇੱਕ ਵੱਡਾ ਦੋਸ਼ ਹੈ। ਪਰੰਤੂ ਇਸ ਦੁਆਰਾ ਵੱਖ-ਵੱਖ ਦਿਸ਼ਾਵਾਂ ਵਿੱਚ ਪੁਲੀਆਂ ਨੂੰ ਚਲਾਇਆ ਜਾਂਦਾ ਹੈ, ਕਿਉਂਕਿ ਬੈਲਟ ਨੂੰ ਕਿਸੇ ਵੀ ਦਿਸ਼ਾ ਵਿੱਚ ਘੁਮਾਇਆ ਜਾ ਸਕਦਾ ਹੈ। ਜਦੋਂ ਮਸ਼ੀਨ ਤੇ ਜ਼ਿਆਦਾ ਲੋਡ ਹੋਵੇ ਤਾਂ ਪੁਲੀ ਸਲਿੱਪ ਕਰ ਜਾਂਦੀ ਹੈ, ਜਿਸ ਵਿੱਚ ਮੋਟਰ ਤੇ ਲੋਡ ਨਹੀਂ ਪੈਂਦਾ ਅਤੇ ਦੁਰਘਟਨਾ ਵੀ ਟਲ ਜਾਂਦੀ ਹੈ। ਓਪਨ ਬੈਲਟ ਡਰਾਈਵ। ਇਸ ਵਿਧੀ ਵਿੱਚ ਡਰਾਈਵਰ ਅਤੇ ਡਰਾਈਵਰ ਦੋਨੋਂ ਕੁੜੀਆਂ ਨੂੰ ਬੈਲਟ ਦੁਆਰਾ ਜੋੜਿਆ ਜਾਂਦਾ ਹੈ। ਇਸ ਵਿਧੀ ਵਿੱਚ ਦੋਨੋਂ ਕੁੜੀਆਂ ਇੱਕ ਹੀ ਦਿਸ਼ਾ ਵਿੱਚ ਘੁੰਮਦੀਆਂ ਹਨ ਅਤੇ ਦੋਨੋਂ ਸਾਫਟਾਂ ਆਪਸ ਵਿੱਚ ਸਮਾਨ ਅੰਤਰ ਹੁੰਦੀਆਂ ਹਨ। ਕ੍ਰਾਸ ਬੈਲਟ ਡਰਾਈਵ। ਇਸ ਵਿਧੀ ਵਿੱਚ ਬੈਲਟ ਡਰਾਈਵ ਨੂੰ ਕ੍ਰਾਸ ਕਰਕੇ ਪਾਇਆ ਜਾਂਦਾ ਹੈ। ਇਸ ਦੁਆਰਾ ਦੋਨੋਂ ਕੁੜੀਆਂ ਇੱਕ ਦੂਸਰੇ ਦੇ ਉਲਟ ਦਿਸ਼ਾ ਵਿੱਚ ਚਲਾਈ ਜਾਂਦੀ ਹੈ, ਪਰੰਤੂ ਇਸ ਵਿੱਚ ਵੀ ਦੋਨੋਂ ਸਾਫਟਾਂ ਆਪਸ ਵਿੱਚ ਸਮਾਨ ਅੰਤਰ ਹੁੰਦੀਆਂ ਹਨ। ਕੁਆਰਟਰ ਟਵਿਸਟ ਡਰਾਈਵ। ਇਸ ਵਿਧੀ ਵਿੱਚ ਦੋਨੋਂ ਸਾਫਟਾਂ ਇੱਕ ਧੁਰੀ ਵਿੱਚ ਨਾ ਹੋ ਕੇ ਇੱਕ ਦੂਸਰੀ ਨੂੰ ਕ੍ਰਾਸਵਾਈਜ਼ ਕਰਦੇ ਹਨ। ਇਸ ਵਿੱਚ ਸਾਫਟ ਇੱਕ ਸੀਧ ਵਿੱਚ ਨਹੀਂ ਹੁੰਦੀ, ਬਲਕਿ ਕੋਣ ਤੇ ਹੁੰਦੀ ਹੈ। ਸਮਕੋਣ ਬੈਲਟ ਡਰਾਈਵ। ਇਸ ਵਿਧੀ ਵਿੱਚ ਦੋ ਪੁਲੀਆਂ ਨੂੰ ਸਮਕੋਣ ਤੇ ਚਲਾਇਆ ਜਾਂਦਾ ਹੈ ਅਤੇ ਦੋਨੋਂ ਪੁਲੀਆਂ ਦੀ ਗਤੀ ਵੱਖ-ਵੱਖ ਅਵਸਥਾ ਵਿੱਚ ਹੁੰਦੀ ਹੈ, ਅਰਥਾਤ ਇੱਕ ਸਾਫਟ ਹੌਰੀਜ਼ੌਂਟਲ ਸਥਿਤੀ ਵਿੱਚ ਅਤੇ ਦੂਸਰੀ ਸਾਫਟ ਵਰਟੀਕਲ ਸਥਿਤੀ ਵਿੱਚ ਹੁੰਦੀ ਹੈ। ਇਸ ਵਿੱਚ ਦੋ ਸਹਾਇਕ ਪੁਲੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਜੈਕੀ ਪੁਲੀ ਕਹਿੰਦੇ ਹਨ। ਇਸਦਾ ਪ੍ਰਯੋਗ ਬੈਲਟ ਨੂੰ 90 ਡਿਗਰੀ ਤੇ ਕੋਣ ਤੇ ਸੈੱਟ ਕਰਨ ਲਈ ਕੀਤਾ ਜਾਂਦਾ ਹੈ। ਇਸ ਵਿੱਚ ਇੱਕ ਪਾਸੇ ਦੀ ਬੈਲਟ ਜੈਕੀ ਪੁਲੀ ਦੇ ਬਾਹਰ ਅਤੇ ਦੂਸਰੀ ਪਾਸੇ ਤੋਂ ਦੂਸਰੀ ਪੁਲੀ ਦੇ ਅੰਦਰ ਤੋਂ ਸੈੱਟ ਹੁੰਦੀ ਹੈ। ਇਸ ਵਿਧੀ ਵਿੱਚ ਦੋ ਪੁਲੀਆਂ ਨੂੰ ਸਮਕੋਣ ਜਾਂ ਵਿਸ਼ੇਸ਼ ਕੋਣ ਤੇ ਚਲਾਇਆ ਜਾਂਦਾ ਹੈ। ਸਟੈਪਡ ਬੈਲਟ ਡਰਾਈਵ। ਜਦੋਂ ਮਸ਼ੀਨ ਸਪਿੰਡਲ ਨੂੰ ਵੱਖ-ਵੱਖ ਗਤੀਆਂ ਤੇ ਚਲਾਉਣਾ ਜ਼ਰੂਰੀ ਹੋਵੇ ਤਾਂ ਸਟੈਪ ਕੋਣ ਪੁਲੀ
प्रयोग की जाती है। इस पुली विच 3 ਜਾਂ 4 स्टैप होंगे हैं। ये जोड़े विच हुंदी है ਅਤੇ एक दूसरे के उल्ट फिट होंदी है। इस विच जिन्ने स्टैप होंगे हैं उतनी ही गति इस तो प्राप्त की जा सकती है। इस ड्राइव ओपन पुली की तरह ही होंदा है। अगे आ गई जैकी पुली। जैकी पुली बेल्ट ड्राइव। जो ओपन बेल्ट ड्राइव बेल्ट ज़्यादा ढिली चल रही हो दोनों पुलियों के व्यास में अंतर ज़्यादा हो, अर्थात ड्राइव पुली तो ड्रिवल पुली का व्यास 3 तो 6 गुना ज़्यादा हो तो उत्थे जैकी पुली का प्रयोग ही किया जाता है। ये पुली बेल्ट की स्लैक साइड से फिट की जाती है, जिस नाल बेल्ट विच टेंशन बनी रहती है और बेल्ट की स्लिपेज भी घट होती है। बेल्ट के प्रकार। बेल्टां कई प्रकार दी होंदियां हन। फ्लैट बेल्ट, वी बेल्ट, राउंड बेल्ट, रिबड बेल्ट, तुथड़ बेल्ट, लिंक बेल्ट। फ्लैट बेल्ट। इस बेल्ट का क्रॉस सैक्शन आयताकार होता है। जो दो पुड़ियां ज़्यादा दूर हो तो फ्लैट बेल्ट का प्रयोग किया जाता है। इसका साइज पट्टे की चढ़ाई मोटाई तो लिया जाता है। बेल्ट की लंबाई पुड़ियां की आपसी दूरी के अनुसार रखी जाती है। इसनों लोडिंग की लंबाई विच कट के जोड़ लिया जाता है। फ्लैट बेल्ट कन्वैक्स ਅਤੇ चमड़े की बनी होती है। इन्हां विच कैनवस बेल्ट ज़्यादा मजबूत होती है। ये तय विच बनी होती है। जिवें एक तय की बेल्ट 10 ग्राम भार प्रति मिलीमीटर चौड़ाई में खिंच सकती है, परंतु जोड़ के कारण इसकी समर्था अद्धी रह जाती है। फ्लैट बेल्ट रावट के काटन और नाईलोन और काटन को मिला के भी बनाई जाती है। इन्हों का प्रयोग नमी वाले स्थानों पर ज़्यादा किया जाता है। नाईलोन काट के पट्टे ज़्यादा लोड से हाई स्पीड लिए प्रयोग किए जाते हैं। अगे बी बेल्ट। बी बेल्ट मल्टीपल बेल्ट। बी बेल्ट जो मोटर मशीन के नाल ही फिट होती है तो मशीन को चलाने के लिए बी बेल्ट का प्रयोग किया जाता है। इन्हों घट दूरी के लिए प्रयोग करते हैं। ये बेल्ट जोड़ के बिना होती है। इसका क्रॉस सैक्शन टेपजियम टेंशन के आकार का होता है। इन्हों का प्रयोग बीग रूड पुड़ियां विच किया जाता है। ये बहुत मजबूत होंगे हैं। इन्हों के विचकार रेशमी धागे और उन्होंने चढ़ी होंगी है। बी बेल्ट अंग्रेजी के ABCD आदि अखां दे नाल बनाई जाती है। जिवें A36 20 इसका अर्थ A साइज की बी बेल्ट जिसकी बी की उपरी चढ़ाई 13 मोटाई 8 40 डिग्री का होता है। इसकी 35 इंच है जो अंदर का घेरा होता है। चार बी बेल्ट जुड़ी हुई होती है। जो भी प्रकार का ग्रोज बने होते हैं। इन्होंने मशीन को एक गति से चलाया जा सकता है। जबकि साधारण बी बेल्ट का प्रयोग बी लोड स्टैक पुली विच करते हैं तो उस मशीन को ਵੱਖ-ਵੱਖ गतियों में चलाया जाता है। राउंड बेल्ट। इस प्रकार की बेल्ट का क्रॉस सेक्शन
ਇਹਨਾਂ ਦਾ ਪ੍ਰਯੋਗ ਆਪਣਾ ਡੂਡ ਕੁੜੀਆਂ ਤੇ ਕੀਤਾ ਜਾ ਸਕਦਾ ਹੈ। ਇਹ ਜ਼ਿਆਦਾਤਰ ਛੋਟੇ ਅਤੇ ਹਲਕੇ ਕਾਰਜਾਂ ਦੇ ਲਈ ਪ੍ਰਯੋਗ ਕਰਦੇ ਹਨ। ਇਹ ਰਬੜ ਦੀ ਬਣੀ ਹੁੰਦੀ ਹੈ। ਇਸ ਨੂੰ ਪੈਰ ਨਾਲ ਚੱਲਣ ਵਾਲੀ ਸਿਲਾਈ ਮਸ਼ੀਨਾਂ ਅਤੇ ਟੇਪਰ ਕਾਰਡ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ। ਰਿਬੜ ਬੈਲਟ ਇਹ ਇੱਕ ਪ੍ਰਕਾਰ ਦੀ ਫਲੈਟ ਬੈਲਟ ਹੈ, ਪਰੰਤੂ ਇਸ ਵਿੱਚ ਇੱਕ ਪਾਸੇ ਰਿਬਸ ਹੁੰਦੀ ਹੈ। ਇਸ ਦਾ ਪ੍ਰਯੋਗ ਘਿਰਿਆਂ ਵਾਲੀ ਕੁੜੀਆਂ ਵਿੱਚ ਕੀਤਾ ਜਾਂਦਾ ਹੈ। ਸੱਥੜ ਬੈਲਟ ਇਹ ਬੈਲਟ ਵਿੱਚ ਵੀ ਇੱਕ ਪਾਸੇ ਦੰਦੇ ਬਣੇ ਹੁੰਦੇ ਹਨ। ਇਸ ਦਾ ਪ੍ਰਯੋਗ ਕੁੜੀ ਦੀ ਬਜਾਏ ਗਰਾਰੀਆਂ ਤੇ ਕੀਤਾ ਜਾਂਦਾ ਹੈ। ਇਸ ਵਿੱਚ ਸਲਿੱਪੇਜ ਨਹੀਂ ਹੁੰਦੀ। ਇਸ ਨੂੰ ਟਾਈਮਿੰਗ ਬੈਲਟ ਵੀ ਕਹਿੰਦੇ ਨੇ। ਲਿੰਕ ਬੈਲਟ ਇਹ ਬੈਲਟ ਛੋਟੇ ਛੋਟੇ ਟੁਕੜੇ ਜੋੜ ਕੇ ਬਣਾਈ ਜਾਂਦੀ ਹੈ। ਸਲਿੱਪਿੰਗ ਕਲੀਪਿੰਗ ਕਰਾਉਣਿੰਗ ਅਤੇ ਡਰੈਸਿੰਗ। ਸਲਿੱਪਿੰਗ ਜਦੋਂ ਪੂਰੀ ਘੁੰਮਦੀ ਰਹੇ ਪੂਰੀ ਘੁੰਮਦੀ ਰਹੇ ਅਤੇ ਦੂਸਰੀ ਪੂਰੀ ਨੂੰ ਨਾ ਘੁਮਾਏ ਤਾਂ ਉਸਨੂੰ ਸਲਿੱਪਿੰਗ ਕਹਿੰਦੇ ਨੇ। ਕਈ ਵਾਰ ਮੋਟਰ ਪੂਰੀ ਚੱਲਦੀ ਰਹਿੰਦੀ ਹੈ ਅਤੇ ਮੇਨ ਸਾਫਟ ਪੂਰੀ ਦੇ ਬੈਲਟ ਨਹੀਂ ਘੁਮਾਉਂਦੇ। ਇਹ ਦੋਸ਼ ਬੈਲਟ ਢਿੱਲੀ ਹੋਣ ਦੇ ਕਾਰਨ ਹੁੰਦਾ ਹੈ ਜਾਂ ਪੂਰੀ ਦੇ ਫੇਸ ਇੰਨੇ ਜ਼ਿਆਦਾ ਸਮੂਥ ਹੋਣ ਕਿ ਉਹਨਾਂ ਵਿੱਚ ਰਗੜਨਾ ਹੋਵੇ। ਇਸ ਦੇ ਲਈ ਬੈਲਟ ਦੇ ਉੱਪਰ ਰੇਜ਼ਨ ਗਰੋਜਾ ਲਗਾ ਕੇ ਉਸਨੂੰ ਟਾਈਟ ਕਰ ਲੈਣਾ ਚਾਹੀਦਾ ਹੈ। ਜੇਕਰ ਫੇਸ ਜ਼ਿਆਦਾ ਸਮੂਥ ਹੋਵੇ ਤਾਂ ਫੇਸ ਤੇ ਪੰਚ ਦੁਆਰਾ ਹਲਕੇ ਹਲਕੇ ਨਿਸ਼ਾਨ ਪੂਰੀ ਦੇ ਫੇਸ ਦੇ ਚਾਰੋਂ ਪਾਸੇ ਲਗਾ ਲੈਣੇ ਚਾਹੀਦੇ। ਸਵੀਪਿੰਗ ਜਦੋਂ ਬੈਲਟ ਨੂੰ ਅਸੀਂ ਡਰਾਈਵਰ ਪੁਲੀ ਅਤੇ ਡਰਾਈਵਰ ਪੁਲੀ ਤੇ ਚੜਾਉਂਦੇ ਹਾਂ, ਪੁਲੀਆਂ ਦੇ ਹੇਠਾਂ ਵੱਲ ਪਟਾ ਟਾਈਟ ਚੱਲਦਾ ਹੈ ਅਤੇ ਉੱਪਰ ਵੱਲ ਕੁਝ ਢਿੱਲਾ ਰਹਿੰਦਾ ਹੈ, ਜਿਸ ਨਾਲ ਪੁਲੀਆਂ ਦੇ ਗਤੀ ਅਨੁਪਾਤ ਵਿੱਚ ਅੰਤਰ ਆਉਂਦਾ ਹੈ। ਅਰਥਾਤ ਡਰਾਈਵਰ ਪੁਲੀ ਪੂਰੀ ਗਤੀ ਤੇ ਨਹੀਂ ਘੁੰਮਦੀ। ਇਸ ਨੂੰ ਕ੍ਰੀਪਿੰਗ ਕਹਿੰਦੇ ਨੇ। ਜਦੋਂ ਪੁਲੀਆਂ ਦੇ ਬੈਲਟ ਘੁੰਮਦੀ ਹੈ ਤਾਂ ਡਰਾਈਵਰ ਪੁਲੀ ਦੇ ਸੰਪਰਕ ਖੇਤਰ ਵਿੱਚ ਬੈਲਟ ਖਿੱਚਦੀ ਹੈ ਅਤੇ ਡਰਾਈਵਰ ਪੁਲੀ ਤੇ ਛੋਟਾ ਹੋਣ ਦਾ ਯਤਨ ਕਰਦੀ ਹੈ। ਇਹ ਬੈਲਟ ਇਲੈਕਟ੍ਰਿਸਿਟੀ ਸਲੈਕਟ ਦੇ ਕਾਰਨ ਹੁੰਦਾ ਹੈ। ਇਸ ਨੂੰ ਕ੍ਰੀਪਿੰਗ ਕਹਿੰਦੇ ਹਨ। ਲੋਡ ਵਧਣ ਨਾਲ ਕ੍ਰੀਪ ਦਾ ਦੋਸ਼ ਵੱਧਦਾ ਹੈ, ਜਿਸ ਕਾਰਨ ਬੈਲਟ ਚੱਲਦੇ ਚੱਲਦੇ ਸਲਿੱਪ ਕਰਦੀ ਹੈ, ਜਿਸ ਨਾਲ ਬੈਲਟ ਅਤੇ ਪੁਲੀ ਦੀ ਸਰਫੇਸ ਸਪੀਡ ਵਿੱਚ ਅੰਤਰ ਆ ਜਾਂਦਾ ਹੈ। ਇਸ ਦੋਸ਼ ਨੂੰ ਦੂਰ ਕਰਨ ਦੇ ਲਈ ਪੁਲੀਆਂ ਦੀ ਉਚਿਤ ਅਲਾਈਨਮੈਂਟ ਅਤੇ ਗਤੀ ਅਨੁਪਾਤ ਨੂੰ ਸਹੀ ਰੱਖਿਆ ਜਾਂਦਾ ਹੈ, ਜਿਸ ਦੇ ਲਈ ਟੈਲੋ ਚਰਬੀ ਜਾਂ ਰੇਜ਼ਨ ਪਾਊਡਰ ਦਾ ਘੋਲ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨਾਲ ਬੈਲਟ ਟਾਈਟ ਹੋ ਜਾਂਦੀ ਹੈ। ਕਰਾਉਨਿੰਗ ਕੁੜੀ ਦੇ ਫੇਸ ਨੂੰ ਥੋੜਾ ਜਿਹਾ ਉੱਤਲ ਸ਼ਕਲ ਵਿੱਚ ਬਣਾਇਆ ਜਾਂਦਾ ਹੈ, ਜਿਸ ਦੇ ਕਾਰਨ ਬੈਲਟ ਕੁੜੀ ਦੇ ਫੇਸ ਦੇ ਸੈਂਟਰ ਵਿੱਚ ਰਹਿੰਦੀ ਹੈ ਅਤੇ ਚਾਪਕਾਰ ਸੈੱਟ ਹੋ ਜਾਂਦੀ ਹੈ। ਜੇਕਰ ਫੇਸ ਬਿਲਕੁਲ ਸਿੱਧੇ ਹੋਣ ਤਾਂ ਬੈਲਟ ਵਾਰ-ਵਾਰ ਬਾਹਰ ਨਿਕਲ ਜਾਂਦੀ ਹੈ। ਜੇਕਰ ਕੁੜੀਆਂ ਦੀ ਅਲਾਈਨਮੈਂਟ ਵੀ ਠੀਕ ਨਹੀਂ ਹੈ ਤਾਂ ਵਾਰ-ਵਾਰ ਨਿਕਲ ਜਾਂਦੀ ਹੈ। ਇਸ ਦੇ ਲਈ ਕੁੜੀ ਦੇ ਫੇਸ ਨੂੰ ਉੱਤਲ ਕਨਵੈਕਸ ਬਣਾਇਆ ਜਾਂਦਾ ਹੈ ਤਾਂ ਕਿ ਬੈਲਟ ਸੈਂਟਰ ਵਿੱਚ ਰਹਿ ਸਕੇ। ਫੇਸ ਨੂੰ ਉੱਤਲ ਬਣਾਉਣ ਲਈ ਕਰਾਉਨਿੰਗ ਕਹਿੰਦੇ ਹਨ। ਅੱਗੇ ਹੈ ਡਰੈਸਿੰਗ। ਬੈਲਟ ਨੂੰ ਪੂਰਾ ਤਣਾਅ ਦੇਣ ਅਤੇ ਬੈਲਟ ਨੂੰ ਰੇਜ਼ਨ ਪਾਊਡਰ ਨਾਲ ਲਗਾਉਣ ਨੂੰ ਡਰੈਸਿੰਗ ਕਹਿੰਦੇ ਹਨ। ਇਸ ਨਾਲ ਬੈਲਟ ਦੀ ਪਕੜ
मजबूत हो जाती है। चेन एक्चुअली कई प्रकार की होती है। रोलर चेन, इस प्रकार के चेन विच रोलर लिंक लगे होंगे हैं। इसका प्रयोग हार्ड किए हुए स्पॉट के नाल किया जाता है। ये चेन सिंगल स्टैंडर्ड भारी भार ਅਤੇ ਜ਼ਿਆਦਾ गति ਦੇ ਲਈ ਡੁਪਲੀਕੇਟ ਅਤੇ ਟ੍ਰਿਪਲੈਕਸ ਚੇਨ ਪ੍ਰਯੋਗ ਕੀਤੀ ਜਾਂਦੀ ਹੈ, ਜਿਵੇਂ ਸਾਈਕਲ, ਮੋਟਰਸਾਈਕਲ ਅਤੇ ਟੈਂਕ ਆਦਿ। डिटैचेबल लिंक, डिटैचेबल लिंक चेन, इसमें ब्लॉक चेन भी कहते हैं। ये चेन मैलेबल स्प्रिंग ਦੇ ਹੁੱਕ ਦੇ ਆਕਾਰ ਵਿੱਚ ਬਣੀ ਹੁੰਦੀ ਹੈ। ਇਹਨਾਂ ਨੂੰ ਆਸਾਨੀ ਨਾਲ ਜੋੜਿਆ ਤੇ ਖੋਲ੍ਹਿਆ ਜਾ ਸਕਦਾ ਹੈ। ਇਸ ਚੇਨ ਨੂੰ ਆਸਾਨੀ ਨਾਲ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਇਸ ਪ੍ਰਕਾਰ ਦੀ ਚੇਨ ਕੋਰੇ ਦੀਆਂ ਖਾਨਾਂ ਵਿੱਚ ਪ੍ਰਯੋਗ ਕੀਤੀ ਜਾਂਦੀ ਹੈ। बुशिंग चेन, ये चेन रोलर चेन की तरह होती है, परंतु इस विच रोलर के स्थान ते बुश लगे होते हैं। ये घट भार अते घट गति के लिए प्रयोग की जाती है। साइलेंट चेन, इस प्रकार की चेन विच आवाज़ नहीं होती, इसलिए इसनूं साइलेंट चेन कहते हैं। इसके टुथ लिंकां नूं पेन द्वारा जोड़िया जाता है, जिस नाल लिंक पेन से टुथ भी फ्री रहता है। इस ड्राइव विच स्लिप नहीं होती। चेन दे सॉफ्ट दे लाभ, इस ड्राइव विच स्लिपिंग नहीं होती। इसका गति अनुपात सही रहता है। इस ड्राइव का प्रयोग घट दूरी के लिए उपयुक्त है। जेकर साफ्ट की अलाइनमेंट ठीक नहीं है तो भी चेन स्प्रॉकेट से ठीक चलती है। इस ड्राइव विच तेल, ग्रीस और ताप का कोई असर नहीं होता। इसकी यांत्रिक समर्था बहुत चंगी है। इस विच लुब्रिकेंट आसानी नाल दिता जाता है। गियर ड्राइव, गियर ड्राइव विच पावर नूं गरारियां द्वारा एक स्थान तो दूसरे स्थान तक पहुंचाया जाता है। गियर ड्राइव एक शक्तिशाली ड्राइव है जिस विच स्लिप ਅਤੇ क्रीप की संभावना घट रहिंदी है। इस विच ड्राइवर ਅਤੇ ड्रिवन गियर के दंदे आपस विच मैश करके चलाए जाते हैं। इन्हां दी पिच बराबर होंदी है। आम तौर ते गियर की फिरदी ਅਤੇ दंदे कट्टे होंदे हैं। इस विच बहुत ही घट दूरी दीआं साफ्टां नूं गति दी जाती है। इन्हां द्वारा पावर नूं समानांतर साफ्ट ते जां वर्टिकल या हॉरिजेंटल ਅਤੇ वर्टिकल साफ्ट तक पहुंचाया जाता है। अर्थात इनका प्रयोग गति की दिशा बदलने लई भी किया जाता है। इस ड्राइव की गति लगातार इक्को जिही रहती है। इस विच शक्ति की हानि घट होती है। ये ड्राइव बहुत घट स्थान घेरती है। इस विच ज्यादा जां घट गति प्राप्त की जा सकती है। गियर ज्यादातर कास्ट है, मैनुअल स्टील, अलॉय स्टील, ब्रॉन्ज आदि दे बनाए जाते हैं। ये एक इकोनॉमिक ड्राइव है। अगे आगे इसके प्रकार
सपर गियर, हेलिकल गियर, रिगोवन गियर, बेवल गियर, मैटर गियर, हाइपोइडल गियर, रैक ਅਤੇ बर्म व्हील। सपर गियर इस प्रकार के गियर की वृद्धि से उसकी धूरी के समानांतर दंदे कट्टे होंगे हैं। इस गियर का प्रयोग गति को समानांतर साफ्टां ते बदल ट्रांसमिट करने के लिए किया जाता है। हेलिकल गियर इस प्रकार के गियर के दंदे धुरी के समानांतर नहीं बल्कि धुरी के नाल कोण बनाते हुए घुमावदार ग्रूव हेलिकल ग्रूव करते हुए इन्हां दा प्रयोग समानांतर साफ्टां ते हाई स्पीड ਅਤੇ भार हैवी लोड के लिए गति ਨੂੰ बदलਣ ट्रांसमिट करने के लिए किया जाता है। इस प्रकार के गियर जो गति में होंगे हैं तो साइड से दबाव के कारण बाहर वाल निकलने की कोशिश करते हैं। इसलिए उत्थे फर्स्ट गियर का प्रयोग जरूरी होता है। इस पर गियर की इसमें डबल हेलिकल ਇਹਦੇ ਦੰਦੇ ਇਸਦੀ ਧੂਰੀ ਦੇ ਨਾਲ ਨਿਸ਼ਚਿਤ ਕੋਣ ਤੇ ਬਣੇ ਹੁੰਦੇ ਹਨ ਜੋ ਫੇਸ ਤੇ ਵੀ ਆਕਾਰ ਦੇ ਬਣੇ ਹੁੰਦੇ ਹਨ। ਇਹ ਬੀਅਰਿੰਗ ਅਤੇ ਸਾਫਟ ਨੂੰ ਧੱਕਾ ਨਹੀਂ ਦਿੰਦੇ ਕਿਉਂਕਿ ਇਹਨਾਂ ਵਿੱਚ ਜਦੋਂ ਵੀ ਧੱਕਾ ਲੱਗਦਾ ਹੈ ਉਹ ਦੋਨੇ ਪਾਸੋਂ ਤੋਂ ਬਰਾਬਰ ਹੁੰਦਾ ਹੈ। ਇਹਨਾਂ ਦਾ ਪ੍ਰਯੋਗ ਭਾਰੀ ਭਾਰ ਅਤੇ ਜ਼ਿਆਦਾ ਗਤੀ ਦੇ ਲਈ ਕੀਤਾ ਜਾਂਦਾ ਹੈ। ਇਹ ਸਦੇ ਦੋਨੋਂ मैस गियर विच एक दूसरे के उल्ट ग्रूव भी दंदे बने होंगे हैं। बेवल गियर इस प्रकार के गियर का प्रयोग दो साफ्टां नूं 90 डिग्री के कोण से गति ट्रांसमिट करने के लिए किया जाता है अर्थात इस द्वारा गति की दिशा नूं बदलिया जाता है। इसके दंदे तिरछे ते सीधे होंगे हैं। इसके नाल बेवल गियर का प्रयोग होता है जिवें हैंड ड्रिलिंग मशीन। माइटर गियर ये भी बेवल ये गियर है परंतु ये गरारियां 90 डिग्री के कोण से आपस में फिट होंदियां हैं अर्थात इन्हां दे दंदे 45 डिग्री के कोण से बने होंगे हैं। दोनों गरारियां एक ही साइज ਦੀਆਂ ਹੁੰਦੀਆਂ ਹਨ। हाइपोइड गियर ये भी बेवल गियर का रूप है। अंतर सिर्फ इतना है कि दंदे तिरछे परंतु घुमावदार ਹੁੰਦੇ ਹਨ। इस दे नाल सिर्फ हाइपोइड पिनियन का प्रयोग होता है। इसका प्रयोग भी गति ਨੂੰ हॉरिजॉन्टल शाफ्ट नाल वर्टिकल शाफ्ट विच पहुंचाउण दे लई कीता जाता है अर्थात ये भी गति परिवर्तन के लिए प्रयोग किए जाते हैं। इसकी शाफ्ट ऑफसेट होती है। रैक ਅਤੇ पिनियन रैक आयताकार सैक्शन की लंबी फ्लैट होती है जिसके फेस से सीधे दंदे कट्टे होंगे हैं। इसके नाल साधारण सपर गियर पिनियन के रूप में प्रयोग किया जाता है। इसका प्रयोग मशीन स्लाइडां ਅਤੇ वर्किंग टेबल के उपर हेठा करने के लिए किया जाता है। रैक ਅਤੇ पिनियन द्वारा गति ਨੂੰ सर्कुलर मोशन नाल रेसिप्रोकेटिंग मोशन ਵਿੱਚ बदलिया जाता है। जिवें ड्रिलिंग मशीन का वर्किंग टेबल लेथ मशीन का कैरेज इस द्वारा चलता है। बर्म ਅਤੇ बर्म व्हील
ਬਰਮ ਇੱਕ ਪ੍ਰਕਾਰ ਦਾ ਬੇਲਣਾਕਾਰ ਰਾਡ ਹੁੰਦਾ ਹੈ ਜਿਸ ਦੇ ਉੱਪਰ ਬਰਮ ਚੂੜੀਆਂ ਕੱਟੀਆਂ ਹੁੰਦੀਆਂ ਹਨ। ਇਸ ਦੇ ਨਾਲ ਮੈਸ ਕਰਨ ਵਾਲਾ ਗੀਅਰ ਬਰਮ ਵੀ ਹੁੰਦਾ ਹੈ। ਇਹਨਾਂ ਦਾ ਪ੍ਰਯੋਗ ਉੱਥੇ ਕੀਤਾ ਜਾਂਦਾ ਹੈ ਜਿੱਥੇ ਦੋ ਸਾਖਾਂ ਆਪਸ ਵਿੱਚ ਕ੍ਰਾਸ ਕਰਦੀਆਂ ਹਨ ਅਤੇ ਉਹਨਾਂ ਵਿੱਚ ਗਤੀ ਨੂੰ ਕਰਨਾ ਹੁੰਦਾ ਹੈ। ਇਸ ਵਿੱਚ ਗਤੀ ਨੂੰ ਕ੍ਰਾਸ ਵੇਜ ਟ੍ਰਾਂਸਮਿਟ ਕੀਤਾ ਜਾਂਦਾ ਹੈ। ਇਸ ਦੁਆਰਾ ਗਤੀ ਨੂੰ ਘਟਾਇਆ ਜਾਂਦਾ ਹੈ। ਇਸ ਦਾ ਪ੍ਰਯੋਗ ਭਾਰ ਚੁੱਕਣ ਵਾਲੀਆਂ ਮਸ਼ੀਨਾਂ ਅਤੇ ਇੰਡੈਕਸਿੰਗ ਐਂਡ ਵਿੱਚ ਕੀਤਾ ਜਾਂਦਾ ਹੈ। ਤੌਰ ਤੇ ਸ਼ਾਫਟ ਦੀ ਲੰਬਾਈ ਕਪਲਿੰਗ ਬਾਰੇ ਦੱਸ ਰਹੇ ਹਾਂ। ਕਪਲਿੰਗ ਆਮ ਤੌਰ ਤੇ ਸ਼ਾਫਟ ਦੀ ਲੰਬਾਈ 20 ਫੁੱਟ ਤੱਕ ਹੁੰਦੀ ਹੈ, ਪਰੰਤੂ ਜਦੋਂ ਇਸ ਨਾਲ ਵੱਡੀ ਲੰਬਾਈ ਦੀ ਸ਼ਾਫਟ ਦੀ ਜ਼ਰੂਰਤ ਹੁੰਦੀ ਹੈ ਤਾਂ ਸ਼ਾਫਟਾਂ ਦੇ ਕਈ ਟੁਕੜਿਆਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ, ਜਿਸ ਨੂੰ ਕਪਲਿੰਗ ਕਹਿੰਦੇ ਹਨ ਅਤੇ ਲੋੜ ਪੈਣ ਤੇ ਇਹਨਾਂ ਨੂੰ ਅਲੱਗ ਵੀ ਕੀਤਾ ਜਾ ਸਕਦਾ ਹੈ। ਪ੍ਰਕਾਰ ਕਪਲਿੰਗ ਕਈ ਪ੍ਰਕਾਰ ਕਪਲਿੰਗ 3 ਪ੍ਰਕਾਰ ਦੀ ਹੁੰਦੀ ਹੈ। ਫਾਸਟ ਜਾਂ ਰਿਜਿਡ ਕਪਲਿੰਗ, ਲੋ ਜਾਂ ਡਿਸੀਜਨ ਕਪਲਿੰਗ, ਫਲੈਕਸੀਬਲ ਕਪਲਿੰਗ, ਫਾਸਟ ਜਾਂ ਰਿਜਿਡ ਕਪਲਿੰਗ। ਇਸ ਪ੍ਰਕਾਰ ਦੀ ਕਪਲਿੰਗ ਵਿੱਚ ਸ਼ਾਫਟਾਂ ਦੀ ਅਲਾਈਨਮੈਂਟ ਬਹੁਤ ਹੀ ਸ਼ੁੱਧ ਹੁੰਦੀ ਹੈ। ਇਸ ਦੇ ਲਈ ਹੇਠ ਲਿਖੀਆਂ ਕਪਲਿੰਗ ਪ੍ਰਯੋਗ ਕੀਤੀਆਂ ਜਾਂਦੀਆਂ ਹਨ। ਇਸ ਪ੍ਰਕਾਰ ਦੀ ਕਪਲਿੰਗ ਵਿੱਚ ਦੋ ਸ਼ਾਫਟਾਂ ਨੂੰ ਕਾਸਟ ਆਇਰਨ ਦੇ ਬਾਕਸ ਵਿੱਚ ਪਾ ਕੇ ਫਿੱਟ ਕੀਤਾ ਜਾਂਦਾ ਹੈ। ਇਸ ਵਿੱਚ ਸ਼ਾਫਟ ਦੇ ਦੋਨੋਂ ਸਿਰੇ ਇੱਕ ਦੂਸਰੇ ਦੇ ਨਾਲ ਮਿਲ ਕੇ ਫਿੱਟ ਹੁੰਦੇ ਹਨ। ਇਹਨਾਂ ਵਿਚਕਾਰ ਇੱਕ ਲੰਬੀ ਟੇਪਰ ਸੰਖ ਫਿੱਟ ਕੀਤੀ ਜਾਂਦੀ ਹੈ। ਨੱਕ ਦਾ ਬਾਹਰੀ ਵਿਆਸ ਸ਼ਾਫਟਾਂ ਦੇ ਵਿਆਸ ਤੋਂ 2 ਗੁਣਾ ਅਤੇ ਲੰਬਾਈ ਸ਼ਾਫਟ ਦੇ ਵਿਆਸ ਤੋਂ 3 ਗੁਣਾ ਰੱਖੀ ਜਾਂਦੀ ਹੈ। ਅੰਦਰ ਦਾ ਵਿਆਸ ਸ਼ਾਫਟਾਂ ਦੇ ਵਿਆਸ ਜਿੰਨਾ ਹੁੰਦਾ ਹੈ। ਹਾਫ ਬਲੈਕ ਮੱਕ ਕਪਲਿੰਗ, ਇਸ ਵਿੱਚ ਦੋਨੋਂ ਸ਼ਾਫਟਾਂ ਦੇ ਸਿਰੇ ਕੁਝ ਲੰਬਾਈ ਤੱਕ ਇੱਕ ਦੂਸਰੇ ਦੇ ਉੱਪਰ ਸੈੱਟ ਕਰਕੇ ਰੱਖੇ ਜਾਂਦੇ ਹਨ। ਇਹਨਾਂ ਦੇ ਸਿਰੇ ਤਿਰਛੇ ਜਾਂ ਟੇਢੇ ਮੇਢੇ ਹੁੰਦੇ ਹਨ। ਇਹਨਾਂ ਨੂੰ ਜੋੜਨ ਦੇ ਲਈ ਹਾਲੋ ਸੈਡਲ ਕੀ ਪ੍ਰਯੋਗ ਕੀਤੀ ਜਾਂਦੀ ਹੈ। ਇਸ ਵਿੱਚ ਮਾਪ ਦੀ ਲੰਬਾਈ ਅਤੇ ਬਾਹਰੀ ਵਿਆਸ ਸ਼ਾਫਟ 2 ਗੁਣਾ ਜ਼ਿਆਦਾ ਕੀਤੀ ਜਾਂਦੀ ਹੈ। ਸਪਲਿਟ ਮਫਲਿਕ ਕਪਲਿੰਗ, ਇਸ ਵਿੱਚ ਮੱਕ ਨੂੰ 2 ਭਾਗਾਂ ਵਿੱਚ ਵੰਡਿਆ ਹੁੰਦਾ ਹੈ। ਅਰਧ ਬੇਲਨਾਕਾਰ ਟੁਕੜੇ ਹੁੰਦੇ ਹਨ। ਇਹਨਾਂ ਦੇ ਵਿੱਚ ਸ਼ਾਫਟਾਂ ਨੂੰ ਫੀਡਰ ਕੀ ਦੁਆਰਾ ਫਿੱਟ ਕੀਤਾ ਜਾਂਦਾ ਹੈ ਅਤੇ ਦੋਨੋਂ ਮਾਪ ਦੇ ਟੁਕੜੇ ਨਟ ਅਤੇ ਬੋਲਟ ਦੁਆਰਾ ਕਸੇ ਜਾਂਦੇ ਹਨ। ਫਲੈਂਜਡ ਕਪਲਿੰਗ, ਇਸ ਵਿੱਚ ਦੋਨੋਂ ਸ਼ਾਫਟਾਂ ਦੇ ਸਿਰਿਆਂ ਤੇ ਕਾਸਟ ਆਇਰਨ ਦੇ ਫਲੈਂਜਡ ਸੰਖ ਟਿਪ ਕੀ ਦੁਆਰਾ ਫਿੱਟ ਕੀਤੇ ਜਾਂਦੇ ਹਨ ਅਤੇ ਦੋਨੋਂ ਫਲੈਂਜ ਨਟ ਅਤੇ ਬੋਲਟ ਦੁਆਰਾ ਕਸ ਲਏ ਜਾਂਦੇ ਹਨ। ਇਸ ਵਿੱਚ ਦੋਨੋਂ ਸ਼ਾਫਟਾਂ ਦੇ ਸਿਰੇ ਮਿਲਾ ਕੇ ਫਲੈਂਜ ਕੱਸਿਆ ਜਾਂਦਾ ਹੈ। ਸਾਲਿਡ ਫਲੈਂਜ ਕਪਲਿੰਗ, ਇਸ ਵਿੱਚ ਦੋਨੋਂ ਸ਼ਾਫਟਾਂ ਦੇ ਸਿਰਿਆਂ ਨੂੰ ਭੱਠੀ ਵਿੱਚ ਗਰਮ ਕਰਕੇ ਉਹਨਾਂ ਨੂੰ ਕੁੱਟ ਕੇ ਫਲੈਂਜ ਬਣਾਏ ਜਾਂਦੇ ਹਨ ਅਤੇ ਇਹਨਾਂ ਦੀ ਅਗਲੀ ਸਤ੍ਹਾ ਪਲੇਨ ਹੁੰਦੀ ਹੈ।
दोनों फ्लैंज ਨੂੰ हैंडलैस पेपर बोल्ट ਅਤੇ नट द्वारा कसिया जाता है। कंप्रेशन कपलिंग, इस विच दोनों शाफ्ट के सिरे एक स्टील स्लीव विच फिट किए जाते हैं। ये स्लीव विचकार तो दोनों पासे पेपर होंदी है। दोनों पासे इस विच 6 ਸਾਹ ਕੱਟ ਲੱਗੇ ਹੁੰਦੇ ਹਨ। ਇਹ ਕੱਟ ਪੂਰੀ ਲੰਬਾਈ ਵਿੱਚ ਹੁੰਦਾ ਹੈ। ਇਸ ਸਰੀਰ ਦੇ ਉੱਪਰ ਕਾਸਟ ਆਇਰਨ ਦੀ ਫਲੈਟ ਟਾਈਪ ਕਪਲਿੰਗ ਲਗਾਈ ਜਾਂਦੀ ਹੈ। ਇਸ ਦੇ ਲਈ ਨਟ ਬੋਲਟ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਦੋਂ ਕਪਲਿੰਗ ਨੂੰ ਬੋਲਟ ਦੁਆਰਾ ਕੱਸਿਆ ਜਾਂਦਾ ਹੈ ਤਾਂ ਇਹਨਾਂ ਦੇ ਦਬਾਅ ਨਾਲ ਸਲੀਵ ਸਾਫਟਾਂ ਨੂੰ ਚੰਗੀ ਤਰ੍ਹਾਂ ਪਕੜ ਲੈਂਦੀ ਹੈ। ਪਲੇਟ ਕਪਲਿੰਗ, ਇਹ ਵੀ ਇੱਕ ਫਾਸਟ ਅਤੇ ਰਿਜਿਡ ਕਪਲਿੰਗ ਹੈ। ਇਸ ਵਿੱਚ ਦੋਨੋਂ ਸਾਫਟਾਂ ਨੂੰ ਸ਼ੁੱਧ ਅਲਾਈਨਮੈਂਟ ਵਿੱਚ ਜੁੜੀਆਂ ਹੁੰਦੀਆਂ ਹਨ। ਇਸ ਵਿਧੀ ਵਿੱਚ ਸਾਫਟਾਂ ਨੂੰ ਕਿਸੇ ਕੋਣ ਤੇ ਨਹੀਂ ਝੁਕਾਇਆ ਜਾ ਸਕਦਾ। ਇਸ ਵਿੱਚ ਦੋਨੋਂ ਸਾਫਟਾਂ ਕਪਲਿੰਗ ਦੇ ਨਾਲ ਕੀ ਦੁਆਰਾ ਫਿੱਟ ਰਹਿੰਦੀਆਂ ਹਨ। ਕਲੈਂਪ ਕਪਲਿੰਗ, ਹੁਣ ਕਲਚ ਬਾਰੇ ਪੜਾਂਗੇ ਆਪਾਂ। ਇਹ ਵੀ ਇੱਕ ਪ੍ਰਕਾਰ ਦੀ ਕਪਲਿੰਗ ਹੈ ਜਿਸ ਦੁਆਰਾ ਦੋ ਸਾਫਟਾਂ ਨੂੰ ਲੋੜ ਅਨੁਸਾਰ ਅਲੱਗ ਕੀਤਾ ਜਾ ਸਕਦਾ ਹੈ। ਕਲਚ ਅਤੇ ਕਪਲਿੰਗ ਵਿੱਚ ਮੁੱਖ ਅੰਤਰ ਇਹ ਹੈ ਕਿ ਕਲਚ ਨੂੰ ਖਿਸਕਾਇਆ ਜਾ ਸਕਦਾ ਹੈ ਜਦਕਿ ਕਪਲਿੰਗ ਨੂੰ ਅੱਗੇ ਪਿੱਛੇ ਨਹੀਂ ਖਿਸਕਾਇਆ ਜਾ ਸਕਦਾ। ਕਲਚ ਵਿੱਚ ਦੋਨੋਂ ਸਾਫਟਾਂ ਦੇ ਸਿਰੇ ਤੇ ਪ੍ਰਯੁਕਤ ਪਾਰਟ ਜਦੋਂ ਜੁੜਦੇ ਹਨ ਤਾਂ ਉਹ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰਦੇ ਹਨ। ਇਸ ਦਾ ਪ੍ਰਯੋਗ ਜ਼ਿਆਦਾਤਰ ਆਟੋਮੋਬਾਈਲ ਵਿੱਚ ਕੀਤਾ ਜਾਂਦਾ ਹੈ। ਇਹ ਪਾਵਰ ਟ੍ਰਾਂਸਮਿਟ ਕਰਨ ਦਾ ਇੱਕ ਸਾਧਨ ਹੈ। ਕਲਚ ਮੁੱਖ ਤੌਰ ਤੇ 3 ਪ੍ਰਕਾਰ ਦੇ ਹੁੰਦੇ ਹਨ। ਪੋਜ਼ਿਟਿਵ ਕਲਚ, ਇਸ ਪ੍ਰਕਾਰ ਦੇ ਕਲਚ ਵਿੱਚ ਡਰਾਈਵਰ ਅਤੇ ਡਰਾਈਵਨ ਪਾਰਟਾਂ ਵਿੱਚ ਇੰਟਰਲਾਕਿੰਗ ਹੁੰਦੇ ਬਣੇ ਹੁੰਦੇ ਹਨ। ਇਹ ਮਕੈਨੀਕਲ ਪ੍ਰਬੰਧਾਂ ਦੇ ਅਧੀਨ ਕੰਮ ਕਰਦੇ ਹਨ। ਇਸ ਨਾਲ ਡਰਾਈਵਰ ਅਤੇ ਡਰਾਈਵਨ ਸਾਫਟ ਇੱਕ ਹੀ ਵੇਗ ਅਨੁਪਾਤ ਵਿੱਚ ਘੁੰਮਦੇ ਹਨ। ਬੰਦਿਆਂ ਦੇ ਅਨੁਸਾਰ ਇਹ ਨਿਯਮ ਹਨ। ਸਟ੍ਰੇਟ ਕਲਚ, ਇਸ ਤਰ੍ਹਾਂ ਦੇ ਕਲਚ ਨੂੰ ਕਲਾਕਵਾਈਜ਼ ਅਤੇ ਐਂਟੀ ਕਲਾਕਵਾਈਜ਼ ਘੁਮਾਇਆ ਜਾ ਸਕਦਾ ਹੈ। ਇਸ ਕਲਚ ਦੇ ਜਾਂ ਧੁਰੀ ਦੇ ਸਮਾਨ ਅੰਤਰ ਹੁੰਦੇ ਹਨ। ਇਸ ਨੂੰ ਡਾਗ ਕਲਚ ਵੀ ਕਹਿੰਦੇ ਹਨ। ਇਸ ਕਲਚ ਦੇ ਜਬੜੇ ਜ਼ਿਆਦਾ ਭਾਰ ਪੈਣ ਤੇ ਖਰਾਬ ਹੋ ਜਾਂਦੇ ਹਨ ਕਿਉਂਕਿ ਪਾਵਰ ਨੂੰ ਜਾਂ ਦੁਆਰਾ ਹੀਟ ਟ੍ਰਾਂਸਮਿਟ ਕਰਦਾ ਹੈ। ਇਸ ਕਲਚ ਨੂੰ ਸਥਿਰ ਅਵਸਥਾ ਵਿੱਚ ਵੀ ਮੈਨੇਜ ਕੀਤਾ ਜਾਂਦਾ ਹੈ। ਐਂਗੂਲਰ ਕਲਚ, ਇਸ ਪ੍ਰਕਾਰ ਦੇ ਕਲਚ ਵਿੱਚ ਦੰਦੇ ਆਰੀ ਦੇ ਦੰਦਿਆਂ ਦੀ ਤਰ੍ਹਾਂ ਕੱਟੇ ਹੁੰਦੇ ਹਨ। ਜ਼ਿਆਦਾ ਭਾਰ ਪੈਣ ਤੇ ਬੱਟ ਹੋ ਜਾਂਦਾ ਹੈ। ਇਸ ਨਾਲ ਮਸ਼ੀਨ ਨੂੰ ਵੀ ਕਿਸੇ ਪ੍ਰਕਾਰ ਦੀ ਹਾਨੀ ਨਹੀਂ ਹੁੰਦੀ। ਮਸ਼ੀਨਾਂ ਵਿੱਚ ਹਮੇਸ਼ਾ ਇਸ ਪ੍ਰਕਾਰ ਦੇ ਕਲਚ ਜ਼ਿਆਦਾ ਪ੍ਰਯੋਗ ਕੀਤੇ ਜਾਂਦੇ ਹਨ। ਅੱਗੇ ਆਇਆ ਰਗੜ ਕਲਚ, ਇਸ ਪ੍ਰਕਾਰ ਦੇ ਕਲਚ ਵਿੱਚ ਰਗੜ ਜ਼ਿਆਦਾ ਹੁੰਦੀ ਹੈ। ਇਸ ਲਈ ਇਹਨਾਂ ਦੁਆਰਾ ਰਗੜ ਪੈਦਾ ਕਰਕੇ ਹੀ ਵਾਪਰ ਨੂੰ ਟ੍ਰਾਂਸਮਿਟ ਕੀਤਾ ਜਾਂਦਾ ਹੈ। ਇਸ ਵਿੱਚ ਸਾਫਟਾਂ ਦੇ ਸਿਰੇ ਤੇ ਫਿੱਟ ਪਾਰਟ ਇਸ ਪ੍ਰਕਾਰ ਬਣਾਏ ਜਾਂਦੇ ਹਨ ਜਿਵੇਂ ਕਿ ਕੋਨਿਕਲ ਕਲਚ। ਇਹ ਇੱਕ ਰਗੜ ਕਲਚ ਹੈ। ਇਸ ਦੀ ਇੱਕ ਸਾਫਟ ਦੇ ਸਿਰੇ ਤੇ ਸ਼ੰਕੂ ਆਕਾਰ ਦਾ ਪਾਰਟ ਜਦਕਿ ਦੂਸਰੇ ਸਿਰੇ ਤੇ ਸ਼ੰਕੂ ਆਕਾਰ ਦਾ ਸ਼ੇਕ ਹੁੰਦਾ ਹੈ। ਇਹ ਘੁੰਮਦੀ ਹੋਈ ਅਵਸਥਾ ਵਿੱਚ ਵੀ ਜੋੜਿਆ ਜਾਂ ਅਲੱਗ ਕੀਤਾ ਜਾ ਸਕਦਾ ਹੈ। ਮਲਟੀਪਲੇਟ ਕਲਚ, ਇਹ ਕਲਚ ਦਾ ਪ੍ਰਯੋਗ
ਇੱਕ ਕਲਚ ਦਾ ਪ੍ਰਯੋਗ ਵੱਖ-ਵੱਖ ਪ੍ਰਕਾਰ ਦੀਆਂ ਮਸ਼ੀਨਾਂ ਦੇ ਗੇਅਰ ਬਾਕਸ ਅਤੇ ਡਰਾਈਵਿੰਗ ਮੋਟਰ ਨੂੰ ਜੋੜਨ ਲਈ ਕਰਦੇ ਹਨ ਤਾਂ ਕਿ ਪਾਵਰ ਨੂੰ ਟ੍ਰਾਂਸਮਿਟ ਕੀਤਾ ਜਾ ਸਕੇ। ਇਸ ਦੁਆਰਾ ਜ਼ਿਆਦਾ ਪਾਵਰ ਟ੍ਰਾਂਸਮਿਟ ਕੀਤੀ ਜਾ ਸਕਦੀ ਹੈ। ਇਹ ਸਿਸਟਮ ਵਿੱਚ ਇੱਕ ਬ੍ਰੇਕ ਵੀ ਪ੍ਰਯੋਗ ਕੀਤੀ ਜਾਂਦੀ ਹੈ ਜੋ ਗੇਅਰ ਬਾਕਸ ਨੂੰ ਜਲਦੀ ਨਾਲ ਬਰਾਮ ਅਵਸਥਾ ਵਿੱਚ ਲੈ ਲੈਂਦੀ ਹੈ। ਚੁੰਬਕੀ ਕਲਚ ਇਸ ਪ੍ਰਕਾਰ ਦੇ ਕਲਚ ਵਿੱਚ ਜਦੋਂ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਹੈ ਤਾਂ ਉਸ ਵਿੱਚ ਚੁੰਬਕੀ ਸ਼ਕਤੀ ਪੈਦਾ ਹੁੰਦੀ ਹੈ ਜੋ ਡਰਾਈਵਰ ਨੂੰ ਆਪਣੇ ਵੱਲ ਖਿੱਚਦੀ ਹੈ। इसका प्रयोग हाई स्पीड आटोमैटिक मशीनों ਅਤੇ ਭਾਰ ਚੁੱਕਣ ਵਾਲੀਆਂ ਮਸ਼ੀਨਾਂ ਵਿੱਚ ਕੀਤਾ ਜਾਂਦਾ ਹੈ। ਇਸ ਵਿੱਚ ਸਵਿਚ ਨੂੰ ਆਨ ਕਰਨ ਤੇ ਕਲਚ ਮਿਲਦਾ ਅਲੱਗ ਹੁੰਦਾ ਹੈ। ਇਲੈਕਟ੍ਰੋਮੈਗਨੈਟਿਕ ਮਲਟੀਪਲ ਡਿਸਕ ਕਲਚ ਇਸ ਪ੍ਰਕਾਰ ਦੇ ਕਲਚ ਦਾ ਪ੍ਰਯੋਗ ਕੇਵਲ ਦੁਆਰਾ ਸਾਫ ਅਤੇ ਗੇਅਰ ਨੂੰ ਆਪ ਵਿੱਚ ਜੋੜਨ ਦੇ ਲਈ ਕੀਤਾ ਜਾਂਦਾ ਹੈ। ਇਸ ਕਲਚ ਦੀ ਕੇਬਲ ਵਿੱਚ ਜਦੋਂ ਡੀਸੀ ਬਿਜਲੀ ਦੁਆਰਾ ਗੁਜ਼ਾਰੀ ਜਾਂਦੀ ਹੈ ਤਾਂ ਇੱਕ ਸ਼ਕਤੀਸ਼ਾਲੀ ਚੁੰਬਕ ਤਿਆਰ ਹੁੰਦਾ ਹੈ ਜੋ ਆਰਮੇਚਰ ਡਿਸਕ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਉਸਨੂੰ ਮਜ਼ਬੂਤੀ ਨਾਲ ਚਿਪਕਾ ਲੈਂਦਾ ਹੈ। ਅੱਗੇ 에ਅਰ ਕਲਚ इस क्लच में हवा के दबाव द्वारा चलाया जाता है। इस क्लच विच किसी प्रकार का यांत्रिक एडजस्टमेंट नहीं होता। ये क्लच काम करता है जो तक हवा का प्रेशर बना रहता है। इस क्लच की गति विच रहने वाले पार्ट अपने आप ही रगड़ के कारण घसाव सहन कर लेते हैं। ओवरराइडिंग क्लच इस प्रकार के क्लच के अंदरूनी भाग द्वारा स्टील वाल्स द्वारा बाहरी भाग में चलाया जाता है। उल्ट अवस्था में क्लच ओपन हो जाता है। सिंगल प्लेट क्लच ये क्लच के मेन पार्ट से जिथे रगड़ लगती है उत्थे स्टील वैर युक्त एस्बेस्टर काटन लाइन या प्लास्टिक लाइन प्रयोग की जाती है। क्लच का दाब स्प्रिंग द्वारा प्राप्त किया जाता है। इस क्लच का प्रयोग ऑटोमोबाइल वाहनों में किया जाता है। इस विच पैडल से जो बल लगता है उस विच स्प्रिंग का दाब घट हो जाता है ते खुल जाता है। सेंट्रीफ्यूगल क्लच ये क्लच का प्रयोग इस क्लच का प्रयोग ऑटोमोबाइल विच दो पहिया वाहनों में किया जाता है। इसके मध्य भाग की रोटरी मौसम जो तेज हो जाती है तो सेंट्रीफ्यूगल भार द्वारा ये बाहर वाल दबाव पा के क्लच को बंद कर देता है। गति के घट होने से क्लच अपने आप खुल जाता है। ये उत्तर केंद्र है। ये उत्तर केंद्र इलेक्ट्रिक शाफ्ट है। इसका प्रयोग रोक के पार्ट को गति प्रदान करने में किया जाता है। जो इसकी उत्तरी सतह नाल पार्ट छू जाता है तो वो अगे स्लाइड करता है। जो संपर्क टुट जाता है तो पार्ट स्थिर हो जाता है। जो दूजी बार उभरी हुई सतह संपर्क में आती है तो पार्ट फिर गति प्राप्त करता है। इस प्रकार द्वारा रोक के गति प्राप्त की जाती है। इस द्वारा घुमावदार गति अगे पिछे वाली गति में बदला जा सकता है। रगड़ द्वारा
ਵੀ ਪਾਵਰ ਨੂੰ ਟ੍ਰਾਂਸਮਿਟ ਕੀਤਾ ਜਾ ਸਕਦਾ ਹੈ, ਕੀਤਾ ਜਾਂਦਾ ਹੈ। ਜਿਵੇਂ ਬਾਲ ਬੈਰਿੰਗ ਦੇ ਬਾਲ ਸਿਰਫ ਰਾਕਟ ਦੁਆਰਾ ਗਤੀ ਕਰਦੇ ਹਨ, ਇਸ ਤਰ੍ਹਾਂ ਰੋਲਰ ਬੈਰਿੰਗ ਵਿੱਚ ਰੋਲਰ ਰਾਕਟ ਦੁਆਰਾ ਗਤੀ ਕਰਦੇ ਹਨ। ਦੁਆਰਾ ਇਸ ਵਿੱਚ ਜਦੋਂ ਦੰਦੇ ਟੁੱਟੇ ਹੋਣ ਅਤੇ ਡਾਲਫਿਨ ਬਣਾ ਕੇ ਉਸ ਵਿੱਚ ਸਾਈਜ਼ ਦਾ ਮੇਲ ਪੀਸ ਬਣਾ ਕੇ ਫਿੱਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉਸ ਆਕਾਰ ਅਤੇ ਸਾਈਜ਼ ਦਾ ਦੰਦਾ ਬਣਾਇਆ ਜਾਂਦਾ ਹੈ। ਇਹਦੀ ਫਿਟਿੰਗ ਡਰਾਈਵਿੰਗ ਫਿੱਟ ਹੋਣੀ ਚਾਹੀਦੀ ਹੈ ਅਤੇ ਇੱਕ ਸਕਰੂ ਦੁਆਰਾ ਇਸ ਨੂੰ ਹੋਰ ਟਾਈਟ ਕਰ ਦਿੱਤਾ ਜਾਂਦਾ ਹੈ। ਸਟਾਰਟ ਦੁਆਰਾ ਇਸ ਵਿਧੀ ਵਿੱਚ ਟੁੱਟੇ ਦੰਦੇ ਦੀ ਹੇਠਲੀ ਸਤ੍ਹਾ ਨੂੰ ਸਾਫ਼ ਕਰਕੇ ਉਸ ਵਿੱਚ ਗੀਅਰ ਦੀ ਮੋਟਾਈ ਦੇ ਅਨੁਸਾਰ 2 ਜਾਂ ਜ਼ਿਆਦਾ ਸੁਰਾਖ ਕਰਕੇ ਉਹਨਾਂ ਵਿੱਚ ਸਟੱਡ ਫਿੱਟ ਕਰ ਲਏ ਜਾਂਦੇ ਹਨ। ਸਟੱਡ ਕੋਲ ਹੋਣੇ ਚਾਹੀਦੇ ਹਨ। ਇਸ ਤੋਂ ਬਾਅਦ ਸਟੱਡਾਂ ਦੇ ਦਿੱਤਾ ਜਾਂਦਾ ਹੈ। ਰਿਵੇਟਿੰਗ ਦੁਆਰਾ ਇਸ ਵਿਧੀ ਵਿੱਚ ਟੁੱਟੇ ਹੋਏ ਦੰਦਿਆਂ ਦੇ ਆਕਾਰ ਦਾ ਨਵਾਂ ਦੰਦਾ ਬਣਾ ਕੇ ਉਹਦੇ ਦੋਨੋਂ ਪਾਸੇ ਪਲੇਟਾਂ ਗੀਅਰ ਬਾਡੀ ਦੇ ਨਾਲ ਰਿਵੇਟ ਦੁਆਰਾ ਲਗਾਈ ਜਾਂਦੀ ਹੈ, ਜਿਸ ਨਾਲ ਨਵਾਂ ਦੰਦਾ ਗੀਅਰ ਦੇ ਨਾਲ ਮਜ਼ਬੂਤੀ ਨਾਲ ਸੈੱਟ ਹੋ ਜਾਂਦਾ ਹੈ। ਵੈਲਡਿੰਗ ਦੁਆਰਾ ਇਸ ਵਿਧੀ ਵਿੱਚ ਟੁੱਟੇ ਹੋਏ ਦੰਦੇ ਦੇ ਸਥਾਨ ਤੇ ਵੈਲਡਿੰਗ ਦੁਆਰਾ ਮੈਟਲ ਭਰਿਆ ਜਾਂਦਾ ਹੈ। ਇਸ ਦੇ ਬਾਅਦ ਮਸ਼ੀਨਿੰਗ ਅਤੇ ਫਾਇਰਿੰਗ ਦੁਆਰਾ ਦੰਦੇ ਦੀ ਆਕ੍ਰਿਤੀ ਬਣਾ ਲਈ ਜਾਂਦੀ ਹੈ। ਪਾਵਰ ਟ੍ਰਾਂਸਮਿਸ਼ਨ ਆਪਾਂ ਸਾਰਾ ਪੜ੍ਹ ਲਿਆ ਚੈਪਟਰ। ਅੱਗੇ ਇਹਦੀਆਂ ਵਿਧੀਆਂ ਵੀ ਆਪਾਂ ਪੜ੍ਹ ਲਈਆਂ ਨਹੀਂ, ਇਹਦੇ ਕਿਸਮਾਂ ਜੋ ਹੈਗੀਆਂ ਉਹ ਵੀ ਪੜ੍ਹ ਲਈਆਂ ਨਹੀਂ। ਜੇ ਕੋਈ ਡਾਊਟ ਆ ਤਾਂ ਪੁੱਛ ਸਕਦਾ ਹਾਂ। ठीक है जी। टाइम हो रहा है जी, इतने 12:50 ਹੋਏ ਨੇ ਤੇ ਇਸ ਕਰਕੇ ਜਿਹਨਾਂ ਨੂੰ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਕਰਾਂਗੇ ਜੀ। ਜੇ ਕਿਸੇ ਨੂੰ ਵੀ ਕੁਐਸਚਨ ਹੋਵੇ ਤੇ ਸ਼ਿੰਦਰ ਜੀ ਨੂੰ ਤੁਸੀਂ ਡਾਇਰੈਕਟ ਕੰਟੈਕਟ ਕਰ ਸਕਦੇ ਹੋ। ਆਪਣੀ ਲਾਸਟ ਸਲਾਈਡ ਸ਼ੋ ਕਰੋ ਜੀ ਪਲੀਜ਼, ਆਪਣਾ ਨੇਮ ਤੇ ਆਪਣਾ ਫੋਨ ਨੰਬਰ ਔਰ ਆਪਣਾ ਈਮੇਲ ਆਈਡੀ। ਆਵਾਜ਼ ਨਹੀਂ ਆ ਰਹੀ ਤੁਹਾਡੀ। ਜਸਵਿੰਦਰ ਜੀ ਲਾਸਟ ਸਲਾਈਡ ਸ਼ੋ ਕਰਿਓ ਜੀ, ਆਪਣਾ ਫੋਨ ਨੰਬਰ ਔਰ ਨਾਲ ਹੀ ਉਹ ਈਮੇਲ ਆਈਡੀ ਜਿਹਦੇ ਉੱਤੇ ਸ਼ੋ ਕੀਤਾ ਹੋਇਆ। ਲਾਸਟ ਸਲਾਈਡ ਤੇ ਜਾਇਓ प्लीज। किसी की क्वेरी है फोन नंबर और ईमेल ऑलरेडी टाइम हो चुके हैं कि मीटिंग एंड कर दिया। आवाज नहीं आ रही सबकी सर, आवाज नहीं आ रही थोड़ी। हाँ ठीक है शिविंदर जी, ओके एंड करते हैं जी मीटिंग का। ओके ओके हाँ ठीक है, ठीक है जी। ठीक है, थैंक यू कर दो।